ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲਾ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਪੰਜਾਬ ਦੇ ਮੰਤਰੀਆਂ ਦੀ ਸੀਨੀਅਰਿਟੀ ਲਿਸਟ ਤਿਆਰ। ਹਰਪਾਲ ਚੀਮਾ ਤੇ ਅਮਨ ਅਰੋੜਾ ਸੀਨੀਅਰ, ਗਗਨ ਅਨਮੋਲ ਮਾਨ ਸਭ ਤੋਂ ਜੂਨੀਅਰ। ਹਰਿਆਣਾ ਰੋਡਵੇਜ਼ ਦੀ ਰੈਸ਼ ਡਰਾਈਵਿੰਗ ਵੀਡੀਓ ਹੋ ਰਿਹਾ ਵਾਇਰਲ। ਅਤੇ ਐਂਬੂਲੈਂਸ ਦੇ ਜ਼ਰੀਏ ਅਫੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਮੰਤਰੀਆਂ ਦੀ ਸੀਨੀਅਰਿਟੀ ਲਿਸਟ ਦੀ, ਜੋ ਹੁਣ ਜਾਰੀ ਹੋ ਚੁੱਕੀ ਹੈ, ਜਿਸ ਦੇ ਵਿੱਚ ਪਤਾ ਲੱਗਿਆ ਹੈ ਕਿ ਕਿਹੜੇ ਮੰਤਰੀ ਨੂੰ ਸਭ ਤੋਂ ਸੀਨੀਅਰ ਤੇ ਕਿਸ ਨੂੰ ਸਭ ਤੋਂ ਜੂਨੀਅਰ ਦਰਜਾ ਦਿੱਤਾ ਗਿਆ ਹੈ। ਪੰਜਾਬ ਵਿੱਚ ਸਰਕਾਰ ਨੇ ਮੰਤਰੀਆਂ ਦੀ ਸੀਨੀਅਰਿਟੀ ਲਿਸਟ ਤਿਆਰ ਕਰ ਲਈ ਹੈ। ਸੀਐਮ ਭਗਵੰਤ ਮਾਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਸਭ ਤੋਂ ਸੀਨੀਅਰ ਹਨ। ਦੂਜੇ ਨੰਬਰ ਤੇ ਅਰਬਨ ਡਿਵੈਲਪਮੈਂਟ ਮੰਤਰੀ ਅਮਨ ਅਰੋੜਾ ਹਨ। ਸੈਰ ਸਪਾਟਾ ਮੰਤਰੀ ਗਗਨ ਅਨਮੋਲ ਮਾਨ ਸਭ ਤੋਂ ਜੂਨੀਅਰ ਮੰਤਰੀ ਹੈ। ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੇ ਸਿਵਲ ਸੈਕਟਰੀਏਟ ਦੇ ਪ੍ਰਸ਼ਾਸਨਿਕੀ ਅਫਸਰ ਨੂੰ ਇਹ ਪੱਤਰ ਭੇਜਿਆ ਹੈ। ਸਰਕਾਰ ਦੇ ਆਦੇਸ਼ ਦੇ ਮੁਤਾਬਿਕ ਮਾਨ, ਚੀਮਾ ਤੇ ਅਰੋੜਾ ਤੋਂ ਬਾਅਦ ਸਮਾਜਿਕ ਸੁਰੱਖਿਆ ਮੰਤਰੀ ਡਾਕਟਰ ਬਲਜੀਤ ਕੌਰ, ਖੇਡ ਅਤੇ ਉੱਚ ਸਿੱਖਿਆ ਮੰਤਰੀ ਗੁਰਮੀਤ ਮੀਥੇਰ, ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ, ਰੈਵਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਫੂਡ ਸਪਲਾਈ ਮੰਤਰੀ ਲਾਲ ਚੰਦ, ਲੋਕਲ ਗਵਰਨਮੈਂਟ ਮੰਤਰੀ ਇੰਦਰਜੀਤ ਨਿੱਜਰ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਜੇਲ੍ਹ ਸਿੱਖਿਆ ਤੇ ਖਨਨ ਮੰਤਰੀ ਹਰਜੋਤ ਬੈਂਸ, ਬਿਜਲੀ ਮੰਤਰੀ ਹਰਭਜਨ ਸਿੰਘ, ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਤੇ ਫਿਰ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਹਨ। ਅੰਤ ਵਿੱਚ ਅਨਮੋਲ ਗਗਨ ਮਾਨ ਹੈ। ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਲਈ ਇਹ ਲਿਸਟ ਬਣਾਈ ਗਈ ਹੈ। ਕੈਬਨਿਟ ਮੀਟਿੰਗ ਦੇ ਦੌਰਾਨ ਇਸੇ ਹਿਸਾਬ ਨਾਲ ਮੰਤਰੀਆਂ ਦੀਆਂ ਕੁਰਸੀਆਂ ਲੱਗਣਗੀਆਂ। ਸਭ ਤੋਂ ਸੀਨੀਅਰ ਸੀਐਮ ਭਗਵੰਤ ਮਾਨ ਦੇ ਨੇੜੇ ਬੈਠੇਗਾ, ਜੂਨੀਅਰ ਸਭ ਤੋਂ ਦੂਰ। ਹਰਿਆਣਾ ਰੋਡਵੇਜ਼ ਦੀ ਖਰਾਬ ਡਰਾਈਵਿੰਗ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਅਕਸਰ ਇਹ ਰੋਡਵੇਜ਼ ਹੈ ਜੋ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਤੇ ਇੰਨੇ ਦਿਨੇ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ, ਜਿਸ ਦੇ ਵਿੱਚ ਇੱਕ ਹਰਿਆਣਾ ਰੋਡਵੇਜ਼ ਦੀ ਬੱਸ ਹੈ ਜੋ ਜ਼ੀਰਕਪੁਰ ਹਾਈਵੇ ਦੇ ਉੱਪਰ ਚੱਲ ਰਹੀ ਹੈ। ਰੋਂਗ ਸਾਈਡ ਤੋਂ ਬੱਸ ਚੱਲ ਰਹੀ ਹੈਗੀ ਹੈ ਤੇ ਉਸ ਨੂੰ ਬਹੁਤ ਹੀ ਗੰਦੇ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ, ਜਿਸ ਦੀ ਵੀਡੀਓ ਬੱਸ ਦੇ ਵਿੱਚ ਬੈਠੀ ਸਵਾਰੀ ਨੇ ਹੀ ਬਣਾਈ ਹੈ ਤੇ ਹੁਣ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਡਰਾਈਵਰ ਨੇ ਸਵਾਰੀਆਂ ਨੂੰ ਸੜਕ ਤੋਂ ਲੰਘ ਰਹੇ ਵਾਹਨ ਚਾਲਕਾਂ ਦੀ ਜਾਨ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ, ਪਰ ਚੰਗੀ ਗੱਲ ਇਹ ਰਹੀ ਕਿ ਕੋਈ ਹਾਦਸਾ ਨਹੀਂ ਹੋਇਆ ਹੈ। ਹਰਿਆਣਾ ਰੋਡਵੇਜ਼ ਦੇ ਇੱਕ ਚਾਲਕ ਦੀ ਖਤਰਨਾਕ ਡਰਾਈਵਿੰਗ ਦਾ ਵੀਡੀਓ ਹੈ। ਇਹ ਵੀਡੀਓ ਚੰਡੀਗੜ੍ਹ ਦੇ ਪਹਿਲੇ ਜ਼ੀਰਕਪੁਰ ਫਲਾਈਓਵਰ ਤੇ ਦਾ ਦੱਸਿਆ ਜਾ ਰਿਹਾ। ਸੋਮਵਾਰ ਸਵੇਰ ਦਾ ਇਹ ਵੀਡੀਓ ਹੈ। ਹਰਿਆਣਾ ਰੋਡਵੇਜ਼ ਦੀ ਝੱਜਰ ਡਿਪੂ ਦੇ ਬੱਸ ਚਾਲਕ ਨੇ ਚੰਡੀਗੜ੍ਹ ਮਾਰਗ ਤੇ ਜਾਮ ਦੇਖ ਫਲਾਈਓਵਰ ਤੇ ਬੱਸ ਨੂੰ ਦੂਸਰੀ ਲੇਨ ਤੇ ਉਤਾਰ ਦਿੱਤਾ ਤੇ ਉਲਟੀ ਦਿਸ਼ਾ ਵਿੱਚ ਕਾਫੀ ਅੱਗੇ ਤੱਕ ਚਲਿਆ ਗਿਆ। ਉਸ ਦੇ ਇਸ ਖਤਰਨਾਕ ਸਟੰਟ ਨਾਲ ਸਵਾਰੀਆਂ ਵਿੱਚ ਦਹਿਸ਼ਤ ਪੈਦਾ ਹੋ ਗਈ। ਨਸ਼ੇ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਤਰਕ ਹੁੰਦੀ ਜਾ ਰਹੀ ਹੈ। ਦਿਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਾ ਇੱਕ ਵਾਰ ਫਿਰ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਐਂਬੂਲੈਂਸ ਦੇ ਜ਼ਰੀਏ ਅਫੀਮ ਦੀ ਸਪਲਾਈ ਕਰਦਾ ਸੀ। ਨਵੀਂ ਤਰ੍ਹਾਂ ਦਾ ਮੋਡਸ ਆਪਰੈਂਡੀ ਸਾਡੇ ਸਾਹਮਣੇ ਆਇਆ, ਜਿਹਦੇ ਵਿੱਚ ਕਿ ਇੱਕ ਐਂਬੂਲੈਂਸ ਦੇ ਵਿੱਚ ਅਫੀਮ ਜਿਹੜੀ ਹੈਗੀ ਹੈ ਉਹਨੂੰ ਸਮਗਲ ਕੀਤਾ ਜਾ ਰਿਹਾ ਸੀਗਾ। ਇਹ ਜਦੋਂ ਐਂਬੂਲੈਂਸ ਰੁਕੀ ਗਈ ਤਾਂ ਸਾਨੂੰ ਡਾਊਟ, ਇਸ ਕਰਕੇ ਸਾਡੀ ਟੀਮ ਨੂੰ ਡਾਊਟ ਹੋਇਆ ਵੀ ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਲੰਡਰ ਵਿੱਚ ਆਕਸੀਜਨ ਨਹੀਂ ਸੀ, ਕੋਈ ਫਸਟ ਏਡ ਬਾਕਸ ਨਹੀਂ ਸੀਗਾ ਉਹਦੇ ਵਿੱਚ। ਇਸ ਕਰਕੇ ਡਾਊਟ ਹੋ ਗਿਆ ਵੀ ਇਹ ਐਂਬੂਲੈਂਸ ਦਾ ਕੋਈ ਕੰਮ ਕੀ ਹੋਇਆ ਵੀ ਜੇ ਫਸਟ ਏਡ ਬਾਕਸ ਵੀ ਉਹਦੇ ਵਿੱਚ ਨਹੀਂ ਹੈ। ਕੋਈ ਵੀ ਮੈਡੀਕਲ ਪ੍ਰੋਫੈਸ਼ਨਲ, ਕੋਈ ਮੈਡੀਕਲ ਜਿਹੜਾ ਹੈਗਾ ਉਹ ਵੀ ਨਾਲ ਨਹੀਂ ਸੀ, ਕੋਈ ਪੈਰਾਮੈਡੀਕਲ ਜਿੱਦਾਂ ਕੋਈ ਸਟਾਫ ਹੁੰਦਾ ਨਾਲ।
ਤੇ ਇਸ ਕਰਕੇ ਉਹ ਰੋਕ ਕੇ ਜਦੋਂ ਤਲਾਸ਼ੀ ਕੀਤੀ ਗਈ ਤਾਂ ਉਹਦੇ ਜਿਹੜਾ ਸਰਾਣਾ ਸੀਗਾ ਪੇਸ਼ੈਂਟ ਜਿਹੜੇ ਸਰਾਣਾ ਰੱਖਿਆ ਹੋਇਆ ਹੁੰਦਾ ਹੈਗਾ ਉਹਦੇ ਵਿੱਚੋਂ ਇਹ 8 ਕਿਲੋਗ੍ਰਾਮ ਅਫੀਮ ਜਿਹੜੀ ਹੈਗੀ ਉਹ ਬਰਾਮਦ ਕੀਤੀ। ਪੁੱਛਗਿੱਛ ਤੋਂ ਹੁਣ ਤੱਕ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਯੂਪੀ ਤੱਕ ਪੂਰਾ ਇੱਕ ਲਿੰਕ ਹੈਗਾ। ਪਹਿਲੇ ਵੀ ਇਹ 10 ਤੋਂ 12 ਵਾਰੀ ਜਿਹੜਾ ਹੈਗਾ ਰਾਉਂਡ ਇੱਥੇ ਲਗਾ ਚੁੱਕੇ ਹੈਗੇ ਨੇ, ਪਹਿਲੇ ਵੀ ਇਹ ਸਪਲਾਈ ਕਰ ਚੁੱਕੇ ਨੇ। ਇਹਨਾਂ ਦੀ ਹੁਣ ਰਿਮਾਂਡ ਆਪਾਂ ਰਿਪੋਰਟਸ ਪੇਸ਼ ਕਰਕੇ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਕਾਫੀ ਰਿਕਵਰੀ ਤੇ ਸਾਨੂੰ ਇਹ ਜਿਹੜਾ ਇੱਕ ਇੰਟਰਸਟੇਟ ਗੈਂਗ ਹੈਗਾ ਇਹਦੇ ਵਿੱਚ ਹੋਰ ਮੈਂਬਰਸ ਵੀ अरेस्ट होने ਸਾਨੂੰ जल्दी उम्मीद है। सर ये एम्बुलेंस कहाँ की है, कहाँ से रजिस्टर्ड है ये एम्बुलेंस? ਤੇ ਕਿੱਥੇ ਆਪਾਂ ਰੋਕੀ ਹੈ, ਕਿੱਥੇ ਇਹ ਆਪਾਂ ਲਾਲੜੂ ਥਾਣੇ ਦੇ ਏਰੀਆ ਦੇ ਵਿੱਚ ਰੁਕੀ ਸੀ ਤੇ ਇਹ ਜਿਹੜੀ ਐਂਬੂਲੈਂਸ ਹੈਗੀ ਇਹਦੀ ਕੋਈ ਡਿਟੇਲਸ ਵਗੈਰਾ ਹਜੇ ਤੱਕ ਵੈਰੀਫਾਈ ਕਰ ਰਹੇ ਹੈਗੇ ਵੀ ਕਿੱਥੇ ਰਜਿਸਟਰਡ ਸੀ, ਕਿਹੜੇ ਹਸਪੀਟਲ ਦੇ ਨਾਲ ਹੈਗੀ ਐਸੋਸੀਏਟਡ ਹੈਗੀ, ਕੋਈ ਹਸਪੀਟਲ ਹੈ ਵੀ ਹੈ ਕਿ ਬਿਲਕੁਲ ਫੇਕ ਹੈ। ਇਹਦੇ ਡਾਕੂਮੈਂਟਸ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਵੀ ਇਹ ਕਿਹਦੇ ਨਾਮ ਦੇ ਉੱਪਰ ਹੈ ਔਰ ਕਿਸ ਤਰੀਕੇ ਨਾਲ ਇਸ ਚੀਜ਼ ਦੇ ਵਿੱਚ ਇਸਤੇਮਾਲ ਕਰ। सर प्राइमरी इन्वेस्टिगेशन को सामने आया होगा कि कितने लोग की कितने चक्कर ਜਿਹੜੇ ਹੈਗੇ ਪੰਜਾਬ 'ਚ ਕਿੱਥੇ ਤਸਕਰੀ ਕਰਦੇ ਸੀਗੇ ਡਰੱਗ ਸਪਲਾਈ। ਉਹ ਸੱਚੀ ਫਿਲਮੀ ਤਫਤੀਸ਼ ਦੇ ਵਿੱਚ ਲਗਭਗ 10 ਤੋਂ 12 ਚੱਕਰਾਂ ਦੀ ਇਹਨਾਂ ਨੇ ਗੱਲ ਮੰਨੀ ਕਿ ਪਹਿਲੇ ਵੀ ਸਪਲਾਈ ਕਰਕੇ ਜਾ ਚੁੱਕੇ ਹੈ ਤੇ ਟੈਕਨੀਕਲ ਬੇਸ ਦੇ ਉੱਪਰ ਆਪਣੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈਗੇ ਵੀ ਹੋਰ ਕਿਹੜੇ ਬੰਦੇ ਦੇ ਵਿੱਚ ਇਨਵੋਲਵ ਹੋ ਸਕਦੇ। ਕੋਈ ਹੋਰ ਵੀ ਐਂਬੂਲੈਂਸਸ ਇਨ ਦਾ ਨੈਟਵਰਕ ਹੋ ਸਕਦੀਆਂ? ਇਹ ਚੀਜ਼ ਜਿਹੜੀ ਹੈਗੀ ਤਫਤੀਸ਼ ਦਾ ਵਿਸ਼ਾ ਹੈਗਾ ਸਾਡੇ ਲਈ। ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਚੀਜ਼ ਕਾਫੀ ਸਕਸੈਸ ਮਿਲੇਗੀ। ਇਹਨਾਂ ਦਾ ਕੋਈ ਪਹਿਲਾਂ ਕੋਈ FIR ਵਗੈਰਾ ਹੈਗੀ ਹੈ? ਨਹੀਂ, ਇਹ ਜਿਹੜੇ ਅਕਿਊਜ਼ਡ ਹੈਗੇ ਇਹਨਾਂ ਦੇ ਉੱਪਰ ਪਹਿਲੇ ਦਾ FIR ਪੰਜਾਬ ਦੇ ਕਿਸ ਏਰੀਆ 'ਚ ਜਾਂਦੇ ਸੀ ਆਪ ਲੋਕ? ਜ਼ਿਆਦਾਤਰ ਇਹਨਾਂ ਦਾ ਮੁਹਾਲੀ, ਫਤਿਹਗੜ੍ਹ ਸਾਹਿਬ ਔਰ ਜਿਹੜਾ ਆਹੀ ਟ੍ਰਾਈ ਸਿਟੀ ਦਾ ਏਰੀਆ ਹੈਗਾ ਇਹਦੇ ਵਿੱਚ ਜ਼ਿਆਦਾ ਸੁਣਾਈ ਸੀ। ਸੋ ਇਸ ਤਰ੍ਹਾਂ ਅੱਗੇ ਵੀ ਕੇਸਿਸ ਆ ਸਕਦੇ ਨੇ ਐਂਬੂਲੈਂਸਸ ਨੂੰ, ਤਾਂ ਕੋਈ ਰੈਗੂਲੇਸ਼ਨ ਹੋਣੀ ਚਾਹੀਦੀ ਐਂਬੂਲੈਂਸਸ ਨੂੰ ਲੈ ਕੇ, ਕੋਈ ਰਜਿਸਟ੍ਰੇਸ਼ਨ ਅਲੱਗ ਤੋਂ, ਚਾਹੇ ਉਹ ਪ੍ਰਾਈਵੇਟ ਐਂਬੂਲੈਂਸਸ ਹੋਣ ਚਾਹੇ ਗਵਰਨਮੈਂਟ। क्योंकि सर पहला भी इस तरह के मामले सामने आए, एम्बुलेंस से गलत काम भी हुए हैं, नशे भी सप्लाई या फिर ਕੋਰੋਨਾ ਦੌਰਾਨ ਸਟਾर्ट ਹੋਇਆ ਸਾਰਾ। कोविड टाइम 'ਚ ਕਾਫੀ ਜਿਹੜੀ ਸ਼ਰਾਬ ਦੀ ਪੇਟੀਆਂ ਜਿਹੜੀ ਹੈਗੀ ਚੰਡੀਗੜ੍ਹ ਪੁਲਿਸ ਨੇ ਵੀ ਆ, ਮੋਹਾਲੀ ਪੁਲਿਸ ਨੇ ਵੀ ਫੜੀਆਂ। ਇਸ ਤਰ੍ਹਾਂ ਨੂੰ ਲੈ ਕੇ ਕੋਈ ਰੈਗੂਲੇਸ਼ਨ ਜਾਂ ਇਸ ਤਰ੍ਹਾਂ ਤੁਸੀਂ ਲਿਖ ਕੇ ਦਿੱਤਾ ਹੈ ਡਿਪਾਰਟਮੈਂਟ ਨੂੰ? ਆਪਾਂ ਡੈਫੀਨਿਟਲੀ ਇਸ ਚੀਜ਼ ਉੱਪਰ ਆਪਾਂ ਫੋਕਸ ਕਰਾਂਗੇ। ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਉਂਦਾ ਇਹਦੇ ਰਿਗਾਰਡਿੰਗ ਆਪਾਂ ਜਿਹੜੀ ਕੋਈ ਰੈਗੂਲੇਸ਼ਨ ਰਿਕੁਆਇਰਮੈਂਟ ਹੋਣਗੇ, ਜੋ ਪਹਿਲੇ ਰੈਗੂਲੇਸ਼ਨਸ ਹੋਣਗੇ ਉਹਦੀ ਇੰਪਲੀਮੈਂਟੇਸ਼ਨ ਵੱਲ ਖਾਸ ਕਰਕੇ। ਸਰ ਇਹਦੇ ਵਿੱਚ ਅਜੇ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਜਿਹੜੀ ਵੀ ਇਹ ਤਿੰਨ ਫੜੇ ਗਏ, ਕਿੱਥੇ ਦੇ ਰਹਿਣ ਵਾਲੇ ਸਰ? ਪਛਾਣ ਕੀ ਤੇ ਇਹ ਆਪਣੇ ਜਿਹੜੇ ਹੈਗੇ ਨੇ ਇਹ ਆਪਣੇ ਰਹਿਣ ਵਾਲੇ ਚੰਡੀਗੜ੍ਹ ਤੇ ਆਪਣੇ ਇੱਥੇ ਨਵਾਂ ਗਰਾਊਂਡ ਸਾਡੇ ਇਹ ਟ੍ਰਾਈ ਸਿਟੀ ਏਰੀਆ ਦੇ ਤਿੰਨੋਂ ਹੈਗੇ ਆ ਤੇ ਸਾਨੂੰ ਉਮੀਦ ਹੈ ਕਿ ਜਲਦੀ ਸਾਨੂੰ ਹੋਰ ਵੀ ਇਹਦੇ ਵਿੱਚ ਰਿਕਵਰੀ ਸਰ ਯੂਪੀ ਤੋਂ ਕਿੱਥੋਂ ਜਾਂਦੀ ਹੈ ਜੀ ਕਿ ਪ੍ਰਾਈਵੇਟ ਕਿੱਥੋਂ ਦੀ ਐਂਬੂਲੈਂਸ ਕਿੱਥੋਂ ਯੂਪੀ ਦੇ ਕਿੱਥੋਂ ਆ ਰਹੀ? ਬਰੇਲੀ ਥੈਂਕ ਯੂ ਥੈਂਕ ਯੂ। ਐਂਬੂਲੈਂਸ ਸਰ ਪ੍ਰਾਈਵੇਟ ਐਂਬੂਲੈਂਸ ਤੇ ਸਰਕਾਰੀ? ਨਹੀਂ, ਪ੍ਰਾਈਵੇਟ ਨੂੰ ਜਾ ਰਾਈਟ। ਬਜਰੰਗੀ ਭਾਈਜਾਨ ਤੁਸੀਂ ਫਿਲਮ ਤਾਂ ਦੇਖੀ ਹੈ, ਪਰ ਹੁਣ ਇਹ ਫਿਲਮ ਹੈਗੀ ਹੈ ਜਿਹੜੀ ਉਹ ਹਕੀਕਤ ਵਿੱਚ ਤਬਦੀਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਇੱਕ ਵਿਅਕਤੀ ਬਜਰੰਗੀ ਭਾਈਜਾਨ ਹੀ ਬਣ ਆਇਆ ਤੇ ਇੱਕ ਬਜ਼ੁਰਗ ਵਿਅਕਤੀ ਨੂੰ ਜੋ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਤੋਂ ਵੱਖ ਸੀ ਤੇ ਪਰਿਵਾਰ ਵੱਲੋਂ ਵੀ ਉਸ ਨੂੰ ਲੱਭਿਆ ਜਾ ਰਿਹਾ ਸੀ, ਉਸ ਨੂੰ ਉਸਨੇ ਪਰਿਵਾਰ ਦੇ ਨਾਲ ਮਹਿਜ਼ 3 ਘੰਟਿਆਂ ਦੇ ਵਿੱਚ ਮਿਲਵਾ ਦਿੱਤਾ। मार्केट के सामने जो स्लीप रोड है वहाँ पे बैठे 4 दिन से। तो बारिश आई काफी तेज सुबह 5 बजे, तो मुझे सबसे पहले यही याद आया। मैंने कहा यार वो बाबा बैठे हैं वहाँ पे, तो मैंने कहा एक बार मैं उनको देख के आऊँ। बोला मैंने कहा बाबा खड़े हो जाओ, मेरा हाथ पकड़ो, और ये बच्चों की तरह उठ के सर मेरे साथ आ गए। ये 20 दिन से मेरे पास है सर। आ जाएंगे दांत, अब दांत आएंगे, अब दोबारा आएंगे। और मन लग गया आपका यहाँ, मेरे पास मन लग गया है। आज मैं आपको एक व्यक्ति से मिलवाने वाला हूं, बल्कि एक नहीं 2 या 3 व्यक्ति हैं और ये पूरी अगर हम कहानी की बात करें तो किसी फिल्म से कम नहीं है। किसी 90 साल के बुज़ुर्ग को उसके परिवार से मिलाना और कितना मुश्किल काम था। 25 दिन से ये बुज़ुर्ग लापता था और इंदौर से ये चले थे और उसके बाद से लगातार गायब थे और घर वाले इन्हें ढूंढ रहे थे। लेकिन ये किस तरह इन परिवार को मिलाया गया और चंडीगढ़ में ये आकर मिले हैं, ये पूरी कहानी मैं आपको बताता हूँ। हमारे सामने ये आप देख सकते हैं,
90 साल के बुज़ुर्ग हैं। करीबन 28 जून से ये गायब थे। इंदौर के ये रहने वाले हैं। कुछ भी बताने में असक्षम थे, किसी को पता नहीं था, इनके घर वाले ढूंढ रहे थे। चंडीगढ़ के सेक्टर 40 में कमलेश शर्मा रहती हैं। 4 जुलाई को जब बारिश होती है, काफ़ी बारिश हुई थी, उस बारिश में इनके ये मिलते हैं। कमलेश जी, ये कहाँ पर आपको मिले, अगर आप पूरी बात हमें बता सकें, कहाँ पर ये आपको मिले थे और कैसे लेके आए? ऊन मार्केट के सामने जो स्लिप रोड है वहाँ पे बैठे थे 4 दिन से। तो सर जैसे बाकी सब देख रहे थे मैं भी देख रही थी। जब 5वां दिन हुआ तो बारिश आई काफ़ी तेज़ सुबह 5 बजे। तो मुझे सबसे पहले यही याद आया, मैंने कहा यार वो बाबा बैठे हैं वहाँ पे, तो मैंने कहा एक बार मैं उनको देख के आऊँ कि वो वहाँ से छुपे हैं कहीं ये वहीं बैठे हैं। तो सर मैंने अगर जाके देखा ना तो ये वहीं पे बैठे हैं, भीगे हुए, ऐसे गुंगली मारी हुई है। मैंने जाके इनको बोला, मैंने कहा बाबा खड़े हो जाओ, मेरा हाथ पकड़ो, और ये बच्चों की तरह उठ के सर मेरे साथ आ गए और मैंने ला के इनको नहलाया, चाय पिलाई, नीचे इनका मंजा अड़ा दिया। अभी ये 20 दिन से मेरे पास हैं सर। जो 20 दिन से ये आपके पास ही रह रहे हैं, आप इनका रख रखाव कर रहे थे, खाना खुना? सर सुबह 7:30 बजे चाय पी लेते हैं वो नहा धो के, और शाम को 2 फुलके खाते हैं। दिन में मैं इनको स्पेशल पपीता इनके लिए लेके आ रही थी कि जिससे कि मैंने कहा इनका पेट भर जाए, तो वो मैंने 12 बजे इनको पपीता दे देना काट के। तो अभी ये स्वस्थ हैं, उस दिन से मस्त हैं एकदम, कोई दिक्कत नहीं है, आराम से रह रहे हैं सर। कमलेश जी, जैसे हम अब देखते हैं, कई राहगीरों को देखते हैं, तो आपने कैसे सोचा कि इन्हें घर ले जाना चाहिए, इनसे पूछना चाहिए, और पता चला आपको कि ये कहाँ के रहने वाले, क्योंकि ये बोल भी नहीं पा रहे पूरी तरह से? सर मुझे कुछ नहीं लगा, मुझे ये लगा कि ये वहाँ बैठे हैं तो मुझे देखना चाहिए कि ये लोकल अगर होंगे तो कहीं चले जाएंगे, अगर लोकल नहीं हुए तो वो बैठे होंगे। और वही सर हुआ, जैसे बाकी सब देख रहे थे, मेरे से रहा नहीं गया, मैं उठा के ले आई उनको। कि फिर मैंने सोचा कि मैं इनसे धीरे धीरे पूछूं, इनके बच्चों के नाम पूछा, मैंने इनके गांव पूछा, ज़िला पूछा, वो जैसे जैसे ये मुझे बता रहे थे मैं लिखती रही एक कार्ड पे। फिर जब वो सारा इकट्ठा हो गया तो फिर मैंने सर को इन्फॉर्मेशन दी। बाकी सब जगह जाके सर मैं थाने में भी गई, दोनों SHO को मिली 2 बार, और वृद्धाश्रम भी गई, DM साहब को भी मिली, पर सर कहीं से कोई रिस्पांस मिला नहीं। तो फिर ये राजेश सर का नंबर मिला मुझे पंचकुला से, तो इनको मैंने कॉल की, मैंने कहा सर आपकी हेल्प की ज़रूरत है, ऐसे ऐसे एक बुज़ुर्ग हैं और आप मेरी मदद करो उसके लिए। सर ने बोला कि मैम अभी मैं बाहर हूँ, आप रुको 1-2 दिन, जैसे ही मैं आता हूँ वापस तो फिर मैं आपसे बात करता हूँ। तो सर ये आए, इन्होंने 3 घंटे के अंदर अंदर सर मेरे को गुड न्यूज़ दे दी कि उनका परिवार मिल गया और उनकी आपको कॉल आने वाली है। तो सर ये लोग आज आपके सामने हैं। अच्छा, एक बात आप कह रहे हैं कि इस दौरान आप थाने में गई, 2 SHO से मिली, कौन से थाने में गई थी और कहाँ मिले थे? और DM से भी आप मिलने की बात कर रहे हैं, वृद्धाश्रम कहाँ कहाँ गए थे आप? सर 15 सेक्टर में वृद्धाश्रम में वहाँ पे गई मैं, तो वहाँ इन्होंने रुकने से मना कर दिया कि मैंने यहाँ रुकना नहीं है। उन्होंने सारी फॉर्मेलिटी पूरी कर ली थी, कहते कि मैंने यहाँ नहीं रहना, ये मार देंगे मेरे को, तो साथ लेके चल, अपनी गाड़ी निकालो और मुझे लेके चल यहाँ से, मैंने नहीं रुकना यहाँ पे। तो सर फिर मैं वापस लेके आ गई इनको। इनका BP 190 हो गया इस टेंशन में कि ये मुझे छोड़ जाएगी यहाँ। तो सर मैं रात को 9 बजे फिर इन्हें वापस घर लेके आ गई और अभी ये मेरे पास ही हैं। जो SHO DM के पास गए थे आप? सर एग्जैक्ट मेरे को डेट याद नहीं है, लेकिन गए? पर मैं गई ज़रूर हूँ सर, वो उनको भी पता है, वो जानते हैं कि मैं उनसे मिली हूँ स्पेशल, पर कोई रिस्पांस मिला नहीं सर। पर पुलिस से भी सर मैं ये रिक्वेस्ट करना चाहूँगी कि सभी लोग फ्रॉड नहीं होते। अगर आपके पास कोई शिकायत लेके आ रहा है ना, तो प्लीज़ आप उसकी अच्छे से बात सुनो और उसकी मदद करने की कोशिश करो। मेरा कोई एलिगेशन नहीं है किसी के ऊपर, पर सर कभी इतनी ज़रूरत होती है ना आपकी, आपसे ही उम्मीद होती है सबकी। तो मेरी फिर से हाथ जोड़ के रिक्वेस्ट है कि जो भी आपके पास शिकायत आती है तो प्लीज़ उसे ध्यान से सुने और उनकी मदद करने की कोशिश करें। मैं तो इतना ही कहूँगी सर। जैसे कि आज ये परिवार मिल गया तो मैं बहुत खुश हूँ, मेरी खुशी का ठिकाना नहीं है आज कि एक 90 साल के बुज़ुर्ग, काश अगर मैं भी इनको छोड़ देती तो ये कहाँ भटकते सर, कोई आइडिया नहीं है, ये इनको मिल भी पाते कि नहीं। पर भोलेनाथ ने कृपा करी, ये मेरे को उन्होंने दी सतबुद्धि कि मैं इनके लिए खड़ी हूँ, तो सर उन्होंने मुझे जरिया बना दिया, बाकी मैं तो कुछ भी नहीं हूँ।
अच्छा, आप बजरंगी भाईजान ASI राजेश जी से कैसे मिले? आपको कैसे पता चला कि ये हेल्प कर सकते हैं इसके? सर मैं फेसबुक बहुत कम चलाती हूँ। उस दिन हमने फेसबुक खोली अचानक से, तो इनकी एक वीडियो आई सर। जो लड़की बॉम्बे की थी वो माइंड से थोड़ा डिसबैलेंस थी, तो वो वीडियो मैंने इनकी देखी। तो मैंने सर वीडियो तो पूरी बाद में सुनी, पहले मैंने ईश्वर को हाथ जोड़े, मैंने कहा परमात्मा बहुत बहुत धन्यवाद तेरा। मैंने कहा अभी रास्ता मिल गया। तो सर फिर मैंने किसी तरह से इनका पता करा, सर का नंबर मिला मुझे और इन्होंने इतनी मदद करी। मैं तो ये कहती हूँ कि ईश्वर इनकी आयु इतनी लंबी करे कि इनका पूरा परिवार सुखी रहे, जैसे ये सबकी मदद करते हैं, और सबको ऐसे करनी चाहिए सर। इस केस में एक अहम कड़ी बने बजरंगी भाईजान ASI राजेश जी हमारे साथ हैं। राजेश जी, आप तो जो बिछड़े होते हैं उनको मिलाने के लिए आप एक्सपर्ट माने जाते हैं। 90 साल के बुजुर्ग हैं, 40 सेक्टर में ये कमलेश जी के पास रुके थे, कैसे कांटेक्ट हुआ और 3 घंटे में आपने कैसे इनके परिजनों को ढूंढ लिया? मेरा नाम ASI राजेश कुमार है, स्टेट क्राइम ब्रांच एंटी ह्यूमन ट्रैफिक सेल पंचकुला हरियाणा से। और मेरे साथ जो टीम मेंबर है नरेंद्र जी, हम यहाँ पे पहुँचे आज। और ये जो हम कार्य कर रहे हैं मिसिंग के को मिलवाने का, हमारे ADGP श्री OP सिंह के दिशा निर्देशों पर, और हमारे नोडल ऑफिसर हैं श्री वीरेंद्र सागवान SP क्राइम, उनके हमारे को जो दिशा निर्देश है, उनका जो एक हमारे को मार्गदर्शन दिखाया जाता है, उस पर हम कार्य कर रहे हैं। तो इस केस में मैं किसी केस में बाहर गया हुआ था और मेरे पास अचानक कमलेश शर्मा जी का फ़ोन आया कि एक बुजुर्ग व्यक्ति है हमारे पास, आप इसके ढूंढने के हमारी सहायता कर सकते हैं। मतलब मैम आप चिंता मत करिए, आप 2 दिन के लिए इसको सुरक्षित अपने पास रखें, मैं आपको उसको ढूंढ के दूंगा। तो मैंने मैडम से संपर्क किया, जो क्लू थे वो लिए, भाई क्या बता रहा है, इसकी वीडियो कॉलिंग कराई, इसकी एक्टिविटी देखी बाबा की, भाई ये बहुत बुजुर्ग है। जो भी मैडम ने छोटा छोटा लिखा, कभी कुछ लिख दिया, कभी नाम, कभी बेटी का नाम, कभी कुछ लिख दिया, तो मैंने सभी अपने रजिस्टर में इसको नोट किया। वो मैंने जलोन है उसको नोट किया, उसको सर्च किया। फिर मैंने इस बाबा की वीडियो बना के उस एरिया में घुमाया उसको। वो घुमाने के बाद फिर एक पॉइंट और आया कि रामपुर, उसमें वहाँ SHO साहब से बात की। फिर एक गांव, इनके जो गांव है जानोद, वहाँ पे बात की। वहाँ मुकेश जी मिले। मुकेश जी ने बताया कि ये बाबा हमारे गांव का ही है और राम नरेश का चाचा है ये, और ये गांव छोड़ के इंदौर में रहते हैं। ये अपनी जो इसकी बेटा है उसकी पत्नी के पास रहता है और वो इंदौर में रहते हैं। वहाँ से मैंने कॉन्टैक्ट नंबर लिया, इसकी जो पोती है लक्ष्मी, उससे बात करी, सोनी से बात करी, उनको फ़ोटो दिखाया। वो फ़ोन पे ही रोने लगी। मेरा बेटा आप रो मत, दादाजी आपके सुरक्षित हैं कमलेश मैडम के पास, और बिल्कुल आप चिंता मत करो। फिर इनके मैंने फ़ोन नंबर दे दिया, वीडियो कॉलिंग कराई, पहचान करवाई। फिर मैंने इनको एड्रेस दिया, भाई आप चंडीगढ़ में आओ और यहाँ पर ये रह रहा है। तो आज ये परिवार इंदौर से यहाँ पे आया है, इनको मैं साथ लेके आया हूँ और मैडम के यहाँ पे इनको सुरक्षित दादाजी इनके सपुर्द किया जा रहा है। राजेश जी, जैसे अब तक आप कितने परिवारों को मिला चुके हैं और ये जो आप कहानी सुन रहे हैं, क्या ये अलग था? क्यों हो जाते हैं, क्यों परिवार बिछड़ जाते हैं, क्या कारण मान? इसमें सर एक तो हमारा जो कारण है, जैसे कोई भी बच्चा है, महिला है, व्यक्ति है, उसकी जैसे हमें कंडीशन का ये देखना चाहिए, ये बच्चा कितने साल का है, ये कहाँ हो सकता है, बड़ा बच्चा है ये कहाँ हो सकता है, ये बुजुर्ग था ये भी कहाँ, इसकी एक्टिविटी है, इसकी क्या वो है। उस टाइम तो इसकी बहुत दाढ़ी बधी हुई थी और मैंने इसको वो करवाया। तो ये चीज़ें नोट करके एक रजिस्टर में तैयार करते हैं, भाई कहाँ का हो सकता है, फिर उसको सर्च करना, फिर उसको परिवार तक पहुँचाना। तो इसमें ज़्यादातर के मैं ये आप लोगों के माध्यम से यही सूचना देता हूँ, किसी भी नागरिक को कोई भी महिला, बच्चा, व्यक्ति मिलता है, आप उसको इग्नोर ना करें। क्यों, 1-2 जान तड़फ रही हैं। जहाँ पे एक बच्चा है, महिला, व्यक्ति रह रहा है, वो तड़फ रहा परिवार के लिए। जहाँ से गुम होता है वो लोग तड़फ रहे हैं। तो आप लोगों की सहायता से हम छोटी सी मदद करें, उसको घर भेज सकते हैं। तो मैं तो आपके माध्यम से यही कहना चाहता हूँ, किसी को इग्नोर ना करें। आज मैडम इग्नोर कर देती तो ये परिवार नहीं मिल सकता था, ये बुजुर्ग नहीं मिल सकता था, इतनी बारिश में या कोई भी एक्सीडेंट हो सकता था इसके साथ। तो मैं तहे दिल से ऐसे नागरिकों का धन्यवाद करना चाहता हूँ। कमलेश शर्मा जी के जैसे नागरिक सामने आएँ और मदद करें और सहयोग करें। और मैं तो 24 किसी टाइम कॉल करे, कोई भी हिंदुस्तान से कहीं से कॉल करे, मैं तो तत्पर पे हूँ, उसको ढूंढ के उसे घर पहुँचाने का काम करता हूँ। ठीक है, इनके पोते यहाँ पर आए हुए हैं, आज इनकी फैमिली को लेने इंदौर से चंडीगढ़ पहुँचे हैं। क्या नाम है आपका और ये कब से गुम थे, जब कब से आप ढूंढ रहे थे इन्हें? मेरा नाम अमन भदौरिया है और ये 28 तारीख से घर से निकल चुके थे। 28 तारीख को इवनिंग में हमने रात भर पूरा इनको ढूंढा, नहीं मिले, मंदिर वगैरह आसपास के जो थे। फिर हमने पास के पुलिस स्टेशन विजयनगर में कंप्लेंट की, उसके बाद हमको कुछ रिस्पांस नहीं मिला। उसके बाद फिर हमने थोड़े पास के मंदिरों वगैरह में जाना ढूंढना शुरू किया। फिर पास में हमारा उज्जैन है बहुत बड़ा,
मंदिर, वहाँ पे हमने सर्च किया बट 20 दिन हो चुके थे, कोई रिस्पांस नहीं था। बट फिर अभी 2 दिन पहले सडनली सर का कॉल आया, राजेश सर का। उन्होंने मतलब अपडेट कराया, वीडियो कॉल पे बात भी कराई और अभी भी उन्होंने मतलब काफ़ी हेल्प करी, हमको यहाँ पे लेके आए और मिलवाया। काफ़ी सपोर्ट रहा सर का। 28 जून से लापता थे और आप ढूंढ रहे थे अपने स्तर पर, पुलिस में कंप्लेंट भी की थी? कंप्लेंट है, हाँ, हमारे पास FIR की कॉपी है। कंप्लेंट करी थी हमने, उन्होंने भी सर्च किया बट कुछ रिस्पांस अच्छा आया नहीं था। देन सर का कॉल आया हमारे पास। अक्सर निकल जाते थे घर से ऐसे? हाँ, पहले भी 1-2 बार गए हैं, लेकिन मतलब ऐसा नहीं है कि इंदौर के आउट ऑफ इंदौर ही चले जाएं। उससे पहले आसपास के जो मंदिर वगैरह हैं उसमें बैठने चले आते थे और ये से ही थोड़े बहुत घूमने थोड़ी देर में आ जाते थे। बट उस दिन क्या रात हो चुकी थी तो हमने सोचा कहीं दूर निकल गए, इसलिए फिर हमने ढूंढना स्टार्ट किया। फिर आफ्टर 24 आवर्स हमने कंप्लेंट की। अब कितनी खुशी हो रही है और फैमिलीज़ को क्या कहना चाहेंगे? बजरंगी भाईजान ऐसा ही राजेश जी को क्या कहना चाहेंगे? सर को तो बहुत बहुत थैंक यू कहना चाहूँगा, क्योंकि जो कहना वो एक्सप्लेन तो कर नहीं सकते। अब जैसी फीलिंग्स है करेंटली अब अपन, और हमको 2 दिन पहले ही पता चला, हमारा ट्रेन में रिजर्वेशन भी नहीं था। हम जनरल में आए हैं अभी और अब लेके जाएंगे जी। इंसानियत का एक परिचय इन्होंने दिया है। जैसा बजरंगी भाईजान ऐसे ही राजेश जी ने कहा कि अगर आपको कोई भी लापता लोग मिलते, चाहे वो बच्चा हो, बुज़ुर्ग हो, अपने आसपास हम अक्सर ऐसा ध्यान नहीं रखते। ये कहानी देखने में किसी फिल्मी से कम नहीं लगती, लेकिन एक आम इंसान जैसा सेक्टर 40 की कमलेश कुमारी ने ये परिचय दिया इंसानियत का कि 20-22 दिनों से ये बुज़ुर्ग उनके पास रह रहे थे, लगातार ये उनका रखरखाव कर रहे थे। नज़दीकी पुलिस स्टेशन में भी गए, DC ऑफिस में भी इन्होंने करा, फिर अंत में ये राजेश जी से मिले और फाइनली आज उनके परिवार को ये बुजुर्ग को सौंप रहे हैं और काफ़ी इन्हें खुशी मिल रही है। ऐसा एग्जाम्पल आप भी सेट कर सकते हैं और अपने आसपास अगर कोई लापता लोग हैं जो आपको मिलते हैं तो इसकी सूचना नज़दीकी पुलिस स्टेशन या उससे कंसर्न लोगों को देने की कोशिश ज़रूर करें। कैमरामैन जशन के साथ भगवत सिंह, पंजाब केसरी, जगबानी TV, चंडीगढ़। ਬੀਤੇ ਦਿਨ ਖਬਰ ਆਈ ਸੀ ਕਿ ਸੁਖਨਾ ਲੇਕ ਤੇ ਬਹੁਤ ਸਾਰੀਆਂ ਮੱਛੀਆਂ ਮਾਰ ਗਈਆਂ ਤੇ ਹੁਣ ਜੋ ਖਬਰ ਆਈ ਹੈ ਉਹ ਤੁਹਾਨੂੰ ਹੈਰਾਨ ਕਰ ਦੇਵੇਗੀ, ਕਿਉਂਕਿ ਉਹਨਾਂ ਮੱਛੀਆਂ ਦੇ ਵਿੱਚ ਇੱਕ ਵਿਅਕਤੀ ਦਾ ਵੀ ਸ਼ਵ ਬਰਾਮਦ ਹੋਇਆ ਹੈ। ਵਿਅਕਤੀ ਦੀ ਪਹਿਚਾਣ ਹੋ ਚੁੱਕੀ ਹੈ ਤੇ ਮ੍ਰਿਤਕ ਦੀ ਪਹਿਚਾਣ ਚੰਡੀਗੜ੍ਹ ਨਿਵਾਸੀ ਹੀ ਹੋਈ ਹੈ। ਉਹ ਮੱਛੀਆਂ ਫੜਨ ਗਿਆ ਸੀ ਤੇ ਉਸ ਦਾ ਪੈਰ ਫਿਸਲ ਗਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ। चंडीगढ़ के सुखना लेक में बीते दिन भारी संख्या में मछलियों के मरने का मामला सामने आया था। वहीं आज सुखना लेक पर मछली पकड़ने आए एक युवक की मौत हो गई है। मृतक की पहचान चंडीगढ़ इंदिरा कॉलोनी के रहने वाले 35 वर्षीय विक्की के रूप में हुई। मामले की जानकारी देते हुए इंचार्ज अमरीक सिंह ने बताया कि उन्हें सुबह 9:36 पर कंट्रोल रूम में सूचना मिली थी कि एक युवक पानी में डूब गया है, जिसके बाद पुलिस द्वारा गोताखोरों को बुलाया गया और रेस्क्यू ऑपरेशन चलाया गया। पुलिस के मुताबिक मृतक विक्की सुखना लेक फ्लड गेट के नीचे पानी में मरी हुई मछलियां पकड़ने गया था। इसी दौरान पैर फिसलने से युवक पानी में गिर गया, जिसके बाद युवक की पानी में डूबने से मौत हो गई। करीब 3 घंटे की मशक्कत के बाद युवक के शव को पानी से बाहर निकाला गया। 9:30 बजे कॉल आई सी कंट्रोल को भी फ्लड गेट ने जिथे बंदा पानी से गिर गया जी। ਅਸੀਂ ਆਪਣੀ ਟੀਮ ਲੈ ਕੇ ਮੌਕੇ ਤੇ ਪਹੁੰਚੇ ਜੀ। ਇੱਕ ਪਾਣੀ ਦੇ ਵਿੱਚ ਦੋਨੋਂ ਪਾਣੀ ਤੇ ਚਲਿਆ ਗਿਆ ਤੇ ਅਸੀਂ ਮੌਕੇ ਤੇ ਬੋਟ ਮੰਗਾਈ, ਗੋਤਾਖੋਰ ਮੰਗਾਈ, ਉਹਨਾਂ ਦੀ ਮਦਦ ਨਾਲ ਕਾਫੀ ਮਿਹਨਤ ਕਰਕੇ ਬੰਦੇ ਨੂੰ ਕੱਢਿਆ ਜੀ। ਫਿਰ ਉਹਨੂੰ GS 16 ਪਹੁੰਚਾਇਆ, ਜਿੱਥੇ ਡਾਕਟਰ ਇਹਨੂੰ ਰੈੱਡ ਪੋਸਟ ਕਰਤਾ ਜੀ। ਸਰ ਮ੍ਰਿਤਕ ਦੀ ਪਛਾਣ ਕਿੱਥੇ ਦੀ? ਮ੍ਰਿਤਕ ਨੂੰ ਵਿੱਕੀ ਹੈ ਜੀ, 35 ਸਾਲ ਦੇ ਲਗਭਗ ਦੀ ਉਮਰ ਹੈ। ਹਾਂਜੀ। ਤੇ ਉਹ ਇੰਦਰਾ ਕਲੋਨੀ ਮੰਨੀਵਾਲ ਦੇ ਰਹਿਣ ਵਾਲਾ ਸੀ। ਤੇ ਸਰ ਜਿੱਦਾਂ ਗੱਲ ਕਰੀਏ ਹਲੇ ਪਿੱਛੇ ਵੀ ਜਿਹੜਾ ਪਾਣੀ ਦਾ ਲੈਵਲ ਹੈ ਉਹ ਵੱਧਦਾ ਜਾ ਰਿਹਾ ਹੈ ਤੇ ਜਿਹੜੇ ਪਿੱਛੇ ਫਲੱਡ ਗੇਟ ਖੋਲ੍ਹੇ ਆ ਉਸ ਦੇ ਬਾਅਦ ਅੱਜ ਜਿਹੜੀ ਇਨਸੀਡੈਂਟ ਹੋਇਆ ਉਸ ਦੇ ਬਾਅਦ ਪੁਲਿਸ ਦੀ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ? ਪੁਲਿਸ ਦੀ 24 ਘੰਟੇ ਗਸ਼ਤ ਕਰਦੀ ਹੈ, ਲੋਕਾਂ ਨੂੰ ਇਹ ਬਾਤ ਅਵੇਅਰ ਕਰਦੇ ਪਾਣੀ ਆ ਰਿਹਾ, ਪਾਣੀ ਦਾ ਲੈਵਲ ਵੀ ਕਾਫੀ ਵਧਿਆ ਹੋਇਆ ਕਿ ਪਾਣੀ ਦੇ ਨਜ਼ਦੀਕ ਨਾ ਜਾਣ। ਤੇ ਸਰ ਚੰਡੀਗੜ੍ਹ ਵਾਸੀਆਂ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਕਿ ਟੂਰਿਸਟ ਆਉਂਦੇ ਨੇ, ਚੰਡੀਗੜ੍ਹ ਦੇ ਲੋਕ ਆਉਂਦੇ ਆ ਸੈਰ ਕਰਨ ਸਵੇਰੇ ਸ਼ਾਮ? ਅਪੀਲ ਕਰਦੇ ਜੀ ਜਿਵੇਂ ਮਹਿਕਮਾ ਤੇ ਜਗ੍ਹਾ ਤੇ ਬੈਠ ਕੇ ਦੇਖਣ ਪਾਣੀ ਦੇ ਨਜ਼ਦੀਕ ਨਾਲ, ਕਿਉਂਕਿ ਦੇਖ ਬਹੁਤ ਡੂੰਘੀ ਆ ਔਰ ਨੀਚੇ ਇਹਦੀ ਗਾਹ ਵੀ ਆ, ਜੇ ਬੰਦਾ ਚਲੇ ਜਾ ਕੇ ਬਾਹਰ ਨਿਕਲਦਾ ਇਹ ਅਪੀਲ ਹੈ ਸਾਡੀ। ਠੀਕ। ਉਹ ਮੱਛੀ ਮਾਰਨ ਦੀ ਪਰਮਿਸ਼ਨ ਨਹੀਂ ਹੁੰਦੀ, ਪਹਿਲਾਂ ਅਸੀਂ ਹੁਣ ਬੰਦ ਕਰਕੇ ਪਹਿਲਾਂ ਉੱਥੋਂ ਇਹ ਆਪਣੀ
ਪਰਚੀ ਕਟਾਉਂਦੇ ਨੇ ਜੀ। ਇਸ਼ਪਾਰ ਮੈਂ ਕਿ ਉਹਨਾਂ ਦਾ ਨੀਚੇ ਜੀ। ਉਹਨਾਂ ਨੂੰ ਪਰਮਿਸ਼ਨ ਫੜਨ ਦੀ ਹੁਣ ਉਹਨਾਂ ਨੂੰ ਵੀ ਬੰਦ ਸਾਵਣ ਦਾ ਮਹੀਨਾ ਤੱਕ ਬੰਦ ਹੋਊਗਾ। ਇਹ ਕਦ ਖੁੱਲੂਗਾ ਜੀ ਕੁਝ ਹੈ? 1 ਮਹੀਨੇ ਬਾਅਦ ਹੁੰਦੇ ਆ, ਮਹੀਨਾ ਸਾਵਣ ਦੇ ਮਹੀਨੇ 'ਚ ਬੰਦ ਕਰ ਦਿੰਦੇ ਨੇ ਕਿਉਂਕਿ ਤੇ ਉਹ ਬੰਦਾ ਜਿਹੜਾ ਅੱਜ ਜਿਹਦਾ ਨਾਲ ਮੌਤ ਕਰ ਕੀ ਰਿਹਾ ਸੀ ਡਰਿੰਕ ਟੋਕ ਕੀਤੀ ਹੋਈ ਸੀ ਜੀ ਉਹ। ਅੱਛਾ ਜੀ। ਉਹ ਆ ਗਿਆ ਉੱਥੇ ਕਿਤੇ ਉੱਥੇ ਮੱਛੀਆਂ ਕੋਈ ਦੇਖ ਲਿਆ ਨੇ ਤੇ ਉਹ ਪਾਣੀ ਦੇ ਨੀਚੇ ਨਦੀ ਚਲੇ ਗਿਆ। ਅੱਛਾ ਇਹ ਕਿ ਲਾਲ ਡੋਰੇ ਤੋਂ ਬਾਹਰ ਚਲੇ ਗਏ ਸੀ? ਹਾਂਜੀ ਲਾਲ ਜਿਹੜੀ ਲਾਈਨ ਹੁੰਦੀ ਉਸ ਤੋਂ ਅੱਗੇ ਚਲੇ ਗਏ ਸੀ? ਨਹੀਂ ਉੱਥੇ ਫਲੱਡ ਗੇਟ ਇੱਥੇ ਖੁੱਲ੍ਹਦੇ ਤਾਂ ਪਾਣੀ ਕਾਫੀ ਡੂੰਘਾ। ਇਹ ਲੇਕ ਦਾ ਮਾਮਲਾ ਨਹੀਂ, ਲੇਕ ਦੇ ਨਾਲ ਹੀ ਜਿੱਥੇ ਫਲੱਡ ਗੇਟ ਖੁੱਲ੍ਹਦੇ ਆ। ਸਰ ਕਿੰਨੀ ਦੇਰ ਬਾਅਦ ਰੈਸਕਿਊ ਆਪਰੇਸ਼ਨ ਹੋਇਆ? 2.5-3 ਘੰਟੇ ਲੱਗ 2.5-3 ਘੰਟੇ ਲੱਗ ਦੇ ਵਿੱਚ ਕਿਉਂਕਿ ਉਹ ਕਾਫੀ ਡੂੰਘਾ ਪਾਣੀ ਸੀ। ਕਿੱਥੇ ਨਿਕਲੇ ਕਿੰਨੇ ਡਿੱਗੇ ਚਲੇ ਗਏ ਸੀ? ਹੈ ਉੱਥੇ ਸੀ, ਉਹ ਤਾਂ ਪਾਣੀ ਦੇ ਵਿੱਚ ਚਲੇ ਗਿਆ ਸੀ ਤੇ ਗੋਤਾਖੋਰ ਨੇ ਤੇ ਗੋਤਾਖੋਰ ਦੀ ਮਦਦ ਨਾਲ ਇਹਨੂੰ ਕੱਢਿਆ। वहीं आपको बता दें, सुखना लेक के रेगुलेटर एंड फ्लड गेट के आगे बड़ी संख्या में मछलियां मर गई हैं। कुछ जिंदा हैं, वो गंदे पानी में ऑक्सीजन कम होने से मौत के डर से उछलकर फ्लड गेट की तरफ कूदती रहती हैं। इन मछलियों को पकड़ने के लिए कई लोग ताक में रहते हैं और इसी के चलते ये युवक भी यहाँ पर पहुंचा था। इसी दौरान पैर फिसलने के चलते वो पानी में गिर गया और डूबने से उसकी मौत हो गई। पंजाब केसरी टीवी के लिए चंडीगढ़ से कुलदीप कुमार की रिपोर्ट। सावन महीना चल रहा था, इस दौरान कावड़ी भी सड़क के उपर नजर आ रहे ने। कावड़ी काफ़ी ज़्यादा एडवांस होंदे हुए नजर आ रहे हैं क्योंकि उन्होंने कुछ इस तरीके दे नाल तैयार किए ने अपने कावड़ के हर कोई देखता ही रह रहा है। स्पीकर नाल लगे हुए ने जिस दे करके सड़कों के उपर भी चहल कदमी बनी हुई है। पर पुलिस दे लई वड्डा मुद्दा बनया होया कि ट्रैफिक की समस्या नूं किवें दूर किया जाए। ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਚੰਡੀਗੜ੍ਹ ਦੀਆਂ ਸੜਕਾਂ ਤੇ ਵੀ ਸ਼ਿਵ ਭਗਤ ਨਜ਼ਰ ਆ ਰਹੇ ਹਨ। ਕਾਂਵੜੀਏ ਵੱਡੀ ਗਿਣਤੀ ਦੇ ਵਿੱਚ ਹਰਿਦੁਆਰ ਤੇ ਗੰਗਾ ਜਲ ਲੈ ਕੇ ਚੰਡੀਗੜ੍ਹ ਪਹੁੰਚ ਰਹੇ ਹਨ ਤੇ ਉੱਥੇ ਨੌਜਵਾਨ ਕਾਂਵੜੀਆਂ ਦੀ ਸੰਖਿਆ ਇਹਦੇ ਵਿੱਚ ਵੱਧ ਦੇਖੀ ਜਾ ਰਹੀ ਹੈ ਤੇ ਉਹ ਲਗਾਤਾਰ ਆਪਣੀ ਮौज ਮਸਤੀ ਦੇ ਵਿੱਚ ਨੱਚਦੇ ਗਾਉਂਦੇ ਨਜ਼ਰ ਆ ਰਹੇ ਨੇ ਤੇ ਭਗਵਾਨ ਭੋਲੇਨਾਥ ਦੇ ਜੈਕਾਰੇ ਲਾਉਂਦੇ ਹੋਏ ਵੀ ਦਿਸ ਰਹੇ ਹਨ। ਕਾਂਵੜੀਏ ਦੇ ਵਿੱਚ ਜੋਸ਼ ਬਰਕਰਾਰ ਰੱਖਣ ਦੇ ਲਈ ਕੁਝ ਨੌਜਵਾਨ ਮਸਤੀ ਦੇ ਲਈ ਸਪੀਕਰ ਚੁੱਕ ਕੇ ਚੱਲ ਰਹੇ ਹਨ ਜਿਸ ਦੇ ਵਿੱਚ ਭਗਵਾਨ ਭੋਲੇਨਾਥ ਦੇ ਗੀਤ ਵੱਜ ਰਹੇ ਹਨ। ਚੰਡੀਗੜ੍ਹ ਦੇ ਵਿੱਚ ਕਾਂਵੜੀਆਂ ਦੇ ਕਈ ਟੋਲੇ ਨਜ਼ਰ ਆਏ। ਸ਼ਹਿਰ ਦੇ ਡੱਡੂ ਮਾਜਰਾ, ਮਲੋਇਆ, ਰਾਮ ਦਰਬਾਰ, ਬਾਪੂ ਧਾਮ ਇਹੋ ਜਿਹੀਆਂ ਜਗ੍ਹਾ ਤੇ ਵੀ ਸ਼ਿਵ ਭਗਤ ਕਾਂਵੜੀਏ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਵਾਪਸ ਪਰਤ ਰਹੇ ਸੀ। ਚੰਡੀਗੜ੍ਹ ਦੀਆਂ ਸੜਕਾਂ ਤੇ ਕਾਂਵੜੀਆਂ ਵਾਸਤੇ ਟ੍ਰੈਫਿਕ ਦੇ ਵਿਚਕਾਰ ਸੁਰੱਖਿਆ ਦਾ ਅਹਿਮ ਮੁੱਦਾ ਹੈ ਤੇ ਇਸ ਲਈ ਪੁਲਿਸ ਵੀ ਹਰ ਪੁਖਤਾ ਪ੍ਰਬੰਧ ਕਰਦੇ ਹੋਏ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸੌਣ ਦਾ ਮਹੀਨਾ 12 ਅਗਸਤ ਤੱਕ ਚੱਲੇਗਾ ਤੇ ਸੌਣ ਦੇ ਮਹੀਨੇ ਦੇ ਵਿੱਚ ਕਾਂਵੜ ਯਾਤਰਾ ਆਪਣੀ ਵਿਸ਼ੇਸ਼ ਮਹੱਤਤਾ ਰੱਖਦੀ ਹੈ। हमारे को कोई दिक्कत नहीं होती, हमारे को भोलेनाथ जब हमारे ऊपर हमारे लिए यूपी, हरियाणा, पंजाब सारों ने सेवा करने वाली है। हमारी कम से कम 20-25 बंदों की कुछ नहीं, भोलेनाथ की कृपा है। वहाँ से चलते हुए हरिद्वार से नारे लगाते हुए एक बार और लगा दो जयकारा पीर बजरंगी भोलेनाथ तेरी बम बम बम। ਦੱਸ ਦਈਏ ਕਿ ਇਸ ਵਾਰੇ ਸੌਣ ਦੇ ਮਹੀਨੇ ਵਿੱਚ 4 ਸੋਮਵਾਰ ਪੈ ਰਹੇ ਹਨ ਜਿਸ ਨੂੰ ਲੈ ਕੇ ਸ਼ਰਧਾ ਭਗਤੀ ਦੇ ਨਾਲ ਕੁਝ ਇੱਕ ਮਹਿਲਾਵਾਂ ਤੇ ਹਿੰਦੂ ਰੀਤੀ ਰਿਵਾਜ ਮੁਤਾਬਿਕ 4 व्रत ਕੀਤੇ ਜਾਣੇ ਹਨ। ਪਹਿਲਾ ਸੋਮਵਾਰ 18 ਜੁਲਾਈ ਨੂੰ ਸੀ ਤੇ ਹੁਣ 25 ਜੁਲਾਈ ਨੂੰ ਦੂਜਾ ਤੇ ਇਸ ਦਿਨ ਵੀ ਸਵੇਰ ਤੋਂ ਹੀ ਜਿੱਥੇ ਕਾਂਵੜੀਆਂ ਦੇ ਹਜੂਮ ਸੜਕਾਂ ਤੇ ਵੇਖੇ ਗਏ ਤੇ ਦੂਜੇ ਪਾਸੇ ਮੰਦਿਰਾਂ ਦੇ ਵਿੱਚ ਵੀ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਦੇ ਹੋਏ ਭਗਤ ਨਜ਼ਰ ਆਏ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਹਦੇ ਜਸਵਿੰਦਰ ਭੱਲਾ ਨੇ ਵੀ ਲੋਕਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ। ਉਹਨਾਂ ਨੇ ਦੱਸਿਆ ਕਿ ਕਿਵੇਂ ਸਿਹਤਯਾਬ ਰਿਹਾ ਜਾ ਸਕਦਾ ਹੈ, ਕਿਵੇਂ ਤੰਦਰੁਸਤ ਰਿਹਾ ਜਾ ਸਕਦਾ। ਉਹਨਾਂ ਨੇ ਨਾਲੋਂ ਨਾਲ ਆਪਣੀ ਜੋ ਡੇਲੀ ਰੂਟੀਨ ਹੈ ਉਸ ਦੇ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ। ਦੇਖੋ ਮੈਂ ਤਾਂ ਜੀ ਇਹੀ ਕਹੂੰਗਾ ਵੀ ਮੈਂ ਤੁਹਾਡੇ ਕੁਐਸਚਨ ਦਾ ਜਵਾਬ ਇਹਦੇ ਵਿੱਚ ਸੀ ਵੀ ਹਰ 6 ਮਹੀਨੇ ਬਾਅਦ ਮੈਨੂੰ ਨਹੀਂ ਪਤਾ ਸੀ ਮੈਨੂੰ ਡਾਇਬਟੀਜ਼ ਆ, ਮੈਨੂੰ ਨਹੀਂ ਪਤਾ ਸੀ ਮੈਨੂੰ ਬਲੱਡ ਪ੍ਰੈਸ਼ਰ ਆ। ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜੁਆਇਨਿੰਗ ਰਿਪੋਰਟ ਦੇਣ ਗਿਆ ਬਤੌਰ ਅਸਿਸਟੈਂਟ ਪ੍ਰੋਫੈਸਰ 89 'ਚ। ਉੱਥੇ ਮੈਡੀਕਲ ਹੁੰਦਾ ਜੌਬ ਤੋਂ ਪਹਿਲਾਂ। ਮੈਡੀਕਲ ਹੋਇਆ ਤੇ ਮੇਰਾ ਬਲੱਡ ਪ੍ਰੈਸ਼ਰ ਨਿਕਲਿਆ। ਕੱਲ੍ਹ ਆਇਓ ਫਿਰ ਦੁਬਾਰਾ ਟੈਸਟ ਕਰਾਇਆ, ਫਿਰ ਬਲੱਡ ਪ੍ਰੈਸ਼ਰ ਦਾ ਸਾਰੇ ਟੈਸਟ ਕਰਾਏ,
ਫਿਰ ਉਹਨਾਂ ਨੇ ਕਿਹਾ ਘਰ 'ਚ ਹੋਰ ਕਿਹਨੂੰ ਆ? ਮੈਂ ਕਿਹਾ ਮੇਰੇ ਪਾਪਾ ਨੂੰ ਆ। ਚਲੋ ਜੀ, ਐਸੈਂਸ਼ੀਅਲ ਹਾਈਪਰਟੈਂਸ਼ਨ, ਉਦੋਂ ਤੋਂ ਬਲੱਡ ਪ੍ਰੈਸ਼ਰ ਹੋ ਗਿਆ ਮੈਨੂੰ, ਉਦੋਂ ਦੀ ਦਵਾਈ ਸ਼ੁਰੂ ਕੀਤੀ ਹੋਈ ਆ। ਸੋ ਉਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ, ਸਾਈਡ ਇਫੈਕਟਸ ਨੇ ਜੀ, ਇਹ ਨੇ ਉਹ ਨੇ। ਨਾਲ ਅਗਰ ਜਿਹੜੀ ਚੀਜ਼ ਕਰੋਨਿਕ ਹੈ ਉਹਦਾ ਇਲਾਜ ਨਹੀਂ ਹੈ, ਦਵਾਈ ਲਓਗੇ ਤਾਂ ਠੀਕ ਹੋਵੋਗੇ, ਉਹਦੇ ਖਾਣ 'ਚ ਹਰਜ਼ ਕੀ ਹੈ। ਸੋ ਇਸੇ ਤਰ੍ਹਾਂ ਤੁਹਾਡੀ ਸ਼ੂਗਰ ਆ, ਅਗਰ ਆਪਾਂ ਸ਼ੂਗਰ ਨੂੰ ਕੰਟਰੋਲ ਕਰਨ ਲਈ ਠੀਕ ਆ, ਪਰਹੇਜ਼ ਨੇ, ਹੋਰ ਵੀ ਬਥੇਰਾ ਕੁਛ ਆ, ਦੇਸੀ ਦਵਾਈਆਂ ਵੀ ਦਿੰਦੇ ਨੇ, ਕੁਛ ਦਿੰਦੇ ਨੇ, ਪਰ ਹਰ ਇੱਕ ਦਾ ਆਪੋ ਆਪਣਾ ਵਿਸ਼ਵਾਸ ਆ। ਕੋਈ ਹੋਮੋਪੈਥੀ 'ਚ ਆ, ਕਿਸੇ ਦਾ ਐਲੋਪੈਥੀ 'ਚ ਆ, ਕਿਸੇ ਦਾ ਆਯੁਰਵੈਦਿਕ 'ਚ ਆ, ਜਿੱਥੇ ਜਿੱਥੇ ਵੀ ਬਣਿਆ ਹੋਇਆ ਵਾ। ਪਰ ਪਤਾ ਤੁਹਾਨੂੰ ਤਾਂ ਲੱਗੂਗਾ ਜਿਹੜੀ ਵੀ ਮੈਡੀਸਨ ਲੈਂਦੇ ਹੋ ਉਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਤੁਸੀਂ ਉਹਦਾ ਟੈਸਟ ਕਰਵਾ ਰਹੇ ਹੋ ਵੀ ਕੀ ਉਹ ਲੈਵਲ ਨਾਰਮਲ ਆ ਗਿਆ। ਸੋ ਮੇਰੀ ਚੰਡੀਗੜ੍ਹ ਨਿਵਾਸੀਆਂ ਨੂੰ ਦੇ ਨਾਲ ਸਾਰੇ ਸਾਡੇ ਨਾਰਥ ਇੰਡੀਆ ਦੇ ਜਿੰਨੇ ਦਰਸ਼ਕ ਮੇਰੇ ਫੈਨਸ ਮੇਰੀ ਆਵਾਜ਼ ਸੁਣ ਰਹੇ ਨੇ, ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਹਰ 6 ਮਹੀਨੇ ਬਾਅਦ, ਚਾਹੇ ਤੁਹਾਨੂੰ ਕੋਈ ਬਿਮਾਰੀ ਹੈ ਚਾਹੇ ਨਹੀਂ ਹੈ, ਪਰਿਵਾਰ ਦੇ ਸਾਰੇ ਜੀਆਂ ਦੇ ਟੈਸਟ ਜ਼ਰੂਰ ਕਰਵਾਓ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਨਾਮਰਾਦ ਬਿਮਾਰੀ ਨੇ ਸਾਨੂੰ ਆ ਕੇ ਘੇਰ ਲੈਣਾ। ਅਗਰ ਪਹਿਲਾਂ ਪਤਾ ਲੱਗ ਜੂਗਾ ਉਹਦੇ 100 ਇਲਾਜ ਨੇ। ਰੁਕ ਮੌਸਮ ਦਾ ਕਰ ਲੈਂਦੇ ਆ ਤਾਂ ਮੌਸਮ ਅੱਜ ਸੁਹਾਵਣਾ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਆਉਣ ਵਾਲੇ 2 ਦਿਨਾਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਅਗਲੇ 2 ਦਿਨਾਂ ਦੇ ਵਿੱਚ ਭਾਰੀ ਮੀਂਹ ਪੰਜਾਬ ਦੇ ਵਿੱਚ ਪਵੇਗਾ। ਜੇ ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇਨਾ ਹੀ, ਫਿਰ ਹੋਈ ਮੁਲਾਕਾਤ। ਸਤਿ ਸ਼੍ਰੀ ਅਕਾਲ।